ਸੋ ਮਹਾਰਾਜ ਜੋ ਆਪਾਂ ਨੂੰ ਗੁਰਬਾਣੀ ਵਿੱਚ ਇਹ ਗਿਆਨ ਬਖਸ਼ਿਸ਼ ਕਰਦੇ ਆ ਕਿ ਜੋ ਚਾਰ ਲਾਵਾਂ ਨੇ ਜਿਨ੍ਹਾਂ ਨੂੰ ਆਪਾਂ ਆਨੰਦ ਕਾਰਜ ਕਹਿੰਦੇ ਆ, ਇਹ ਚਾਰੇ ਦੀਆਂ ਚਾਰੇ ਮਾਲਕ ਨੂੰ ਮਿਲਣ ਦੀਆਂ ਅਵਸਥਾ ਨੇ। ਪਹਿਲੀ ਅਵਸਥਾ ਦਾ ਆਰੰਭ ਹੁੰਦਾ ਹੈ ਜਿੱਥੋਂ ਕਾਰਜ ਸਾਡਾ ਮਾਲਕ ਦੇ ਨਾਲ ਇਹ ਮਿਲਾਪ ਦਾ ਆਰੰਭ ਹੁੰਦਾ, ਪਹਿਲੀ ਲਾਭ ਤੋਂ। ਮਹਾਰਾਜ ਕਹਿੰਦੇ ਕਿ ਉਸ ਮਾਲਕ ਨੇ ਸਾਨੂੰ ਜਦੋਂ ਸਰੀਰ ਦੇ ਵਿੱਚ ਭੇਜਿਆ ਤੇ ਸਾਨੂੰ ਕਰਮ ਬਖਸ਼ਿਸ਼ ਕੀਤਾ, ਕੰਮ ਬਖਸ਼ਿਸ਼ ਕੀਤਾ। ਜਿਵੇਂ ਇੱਕ ਰਾਜਾ ਹੁੰਦਾ ਦੇਸ਼ ਦਾ, ਉਹਦਾ ਕੰਮ ਆ ਕਿ ਉਹ ਆਪਣੀ ਪ੍ਰਜਾ ਨੂੰ ਭੁੱਖਿਆ ਨਹੀਂ ਰਹਿਣ ਦਿੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਸਰੀਰ ਆ, ਜਿਹੜੀ ਕਾਇਆ ਆ, ਇਹ ਇੱਕ ਨਗਰੀ ਆ ਤੇ ਇਹਦੇ ਵਿੱਚ ਜਿਹੜਾ ਮਨ ਆ ਉਹ ਰਾਜਾ ਆ। ਤੇ ਜਿਹੜਾ ਅੰਦਰ ਇੱਕ ਸੂਖਮ ਪਰਿਵਾਰ ਵਸਦਾ ਹੈ ਸਰੀਰ ਦੇ ਵਿੱਚ, ਜਿਹਨੂੰ ਮਹਾਰਾਜ ਗੁਰਬਾਣੀ 'ਚ ਕਹਿੰਦੇ ਕਾਇਆ ਨਗਰੀ ਇਹ ਮਨ ਰਾਜਾ ਪੰਚ ਬਸੇ ਵਿਚਾਰੀ। ਇਸੇ ਤਰ੍ਹਾਂ ਮਨ ਦਾ ਕੰਮ ਆ, ਸਰੀਰ ਦਾ ਕੰਮ ਆ ਕਰਮ ਕਰਨਾ। ਲੇਕਿਨ ਮਹਾਰਾਜ ਕਹਿੰਦੇ ਦੇਖਿਓ ਕਿਤੇ ਤੁਸੀਂ ਕਰਮ ਨੂੰ ਇੰਨਾ ਜ਼ਿਆਦਾ ਦ੍ਰਿੜ ਨਾ ਕਰ ਲਿਓ ਕਿ ਤੁਸੀਂ ਮਾਲਕ ਨੂੰ ਹੀ ਭੁੱਲ ਜਾਓ। ਕਿਰਤ ਨੂੰ ਇੰਨਾ ਜ਼ਿਆਦਾ ਦ੍ਰਿੜ ਨਾ ਕਰ ਲਿਓ, ਕਿਉਂਕਿ ਪਾਤਸ਼ਾਹ ਕਹਿੰਦੇ ਕਿਰਤ ਨਾਲ ਜੁੜੀਆ ਪਰ ਕੋ ਹਿਰੀਆ। ਕਿਰਤ ਨਾਲ ਇੰਨਾ ਦ੍ਰਿੜ ਨਹੀਂ ਹੋ ਜਾਣਾ ਕਿ ਅਸੀਂ ਮਾਲਕ ਨਿਰੰਕਾਰ ਨੂੰ ਭੁੱਲ ਜਾਈਏ। ਤਾਂ ਹੀ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਇਹੀ ਗਿਆਨ ਬਖਸ਼ਿਸ਼ ਕਰਦੇ ਹੀ ਨੇ ਕਿ ਪਹਿਲੀ ਲਾਮ ਇਹੋ ਹੀ ਆ ਕਿ ਅਸੀਂ ਕਰਮ ਨੂੰ ਦ੍ਰਿੜ ਕਰਨਾ, ਕੰਮ ਵੀ ਕਰਨਾ, ਕਿਉਂਕਿ ਸਾਡਾ ਜਿਹੜਾ ਪਰਿਵਾਰ ਆ, ਇਹ ਜੀਵਨ ਨਿਰਵਾਹ ਜਿਹੜਾ ਸਾਡਾ ਆ ਉਹ ਕਰਮ ਕਰਕੇ ਚੱਲਦਾ ਹੈ। ਸਤਿਗੁਰੂ ਤਾਂ ਹੀ ਗੁਰਬਾਣੀ ਸਮਝਾ ਰਹੇ, ਕਹਿੰਦੇ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਕਿ ਅਸੀਂ ਕਰਮ ਦ੍ਰਿੜ ਕਰ ਲਿਆ ਇੱਥੇ ਜੀਵਾਂ ਨੇ ਆ ਕੇ, ਮਾਲਕ ਨੂੰ ਹੌਲੀ ਹੌਲੀ ਭੁੱਲ ਗਏ। ਨਾ ਅਸੀਂ ਵੇਦਾਂ ਸ਼ਾਸਤਰਾਂ ਦਾ ਗਿਆਨ ਲਿਆ, ਨਾ ਅਸੀਂ ਉਹ ਬ੍ਰਹਮ ਦਾ ਗਿਆਨ ਲਿਆ, ਨਾ ਗੁਰਬਾਣੀ ਦਾ ਗਿਆਨ ਲਿਆ। ਕਿਉਂਕਿ ਸਤਿਗੁਰੂ ਇਹੀ ਗੁਰਬਾਣੀ ਵਿੱਚ ਸਮਝਾ ਰਹੇ ਕਿ ਜਿਵੇਂ ਤੁਸੀਂ ਜੇ ਕੰਮ ਕਰਨਾ, ਕਰਮ ਕਰਨਾ ਤੇ ਨਾਲ ਧਰਮ ਨੂੰ ਵੀ ਦ੍ਰਿੜ ਕਰਨਾ ਆ। ਮਹਾਰਾਜ ਗੁਰਬਾਣੀ ਸਮਝਾਉਂਦੇ ਕਹਿੰਦੇ ਜਿਹੜਾ ਤੁਹਾਡਾ ਪਾਪ ਆ ਨਾ, ਕਿਉਂਕਿ ਬਾਣੀ ਵੀ ਕਹਿ ਰਹੀ ਆ, ਵੇਦ ਸ਼ਾਸਤਰ ਵੀ ਉਹ ਕਹਿ ਰਹੇ ਨੇ ਕਿ ਜਦੋਂ ਤੁਸੀਂ ਧਰਮ ਨੂੰ ਦ੍ਰਿੜ ਕਰੋਗੇ, ਤੁਹਾਡਾ ਜਿਹੜਾ ਪਾਪ ਆ ਉਹ ਖਤਮ ਹੋ ਜੂ। ਪਾਪ ਕਿਹੜਾ? ਮਹਾਰਾਜ ਕਹਿੰਦੇ ਜੋ ਮਨ ਨੇ ਕਈ ਯੁੱਗਾਂ ਯੁੱਗਾਂ ਤੋਂ ਇਹ ਕਰਮ ਕੀਤੇ ਤੇ ਇਹਦੇ ਉੱਪਰ ਕਈ ਯੁੱਗਾਂ ਦੀ ਮੈਲ ਲੱਗੀ ਹੋਈ ਆ, ਜਿਹਨੂੰ ਸਤਿਗੁਰੂ ਗੁਰਬਾਣੀ ਸਮਝਾ ਰਹੇ, ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਇੱਥੇ ਪਾਤਸ਼ਾਹ ਸਮਝਾਉਂਦੇ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਤਜ ਜਾਣਾ ਭਾਵ ਖਤਮ ਹੋ ਜਾਣਾ। ਹੁਣ ਧਰਮ ਕੀ ਹੈ? ਸੰਸਾਰ ਦੇ ਵਿੱਚ ਬਹੁਤ ਸਾਰੇ ਜੀਵਾਂ ਨੇ ਜਿਵੇਂ ਸਮਝਿਆ ਕਿ ਸਿੱਖ ਧਰਮ, ਹਿੰਦੂ ਧਰਮ, ਮੁਸਲਿਮ ਧਰਮ, ਈਸਾਈ, ਜੈਨ, ਬੋਧੀ, ਇਹਨਾਂ ਨੂੰ ਧਰਮ ਆਖ ਦਿੱਤਾ। ਪਰ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਗੁਰਬਾਣੀ ਵਿੱਚ ਕਿ ਧਰਮ ਦਾ ਭਾਵ ਹੈ ਨਾਮ ਸਿਮਰਨ। ਹੁਣ ਮਹਾਰਾਜ ਇੱਥੇ ਵੀ ਸਾਨੂੰ ਗੁਰਬਾਣੀ ਵਿੱਚ ਇਹੀ ਗਿਆਨ ਬਖਸ਼ਿਸ਼ ਕਰਦੇ ਨੇ ਕਿ ਸਿਮਰਤੀਆਂ ਦੇ ਵਿੱਚ, ਵੇਦਾਂ ਵਿੱਚ ਵੀ ਇਹੋ ਲਿਖਿਆ ਕਿ ਧਰਮ ਦ੍ਰਿੜ ਹੋ, ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਕਿ ਨਾਮ ਨੂੰ ਦ੍ਰਿੜ ਕਰਨਾ ਸੀ ਆਪਾਂ ਆ ਕੇ ਇੱਥੇ, ਮਾਲਕ ਦੇ ਉਸ ਗੁਣ ਨੂੰ ਦ੍ਰਿੜ ਕਰਨਾ ਸੀ। ਲੇਕਿਨ ਅਸੀਂ ਕਰਮ ਨੂੰ ਦ੍ਰਿੜ ਕਰ ਲਿਆ, ਸੰਸਾਰ ਨੂੰ ਦ੍ਰਿੜ ਕਰ ਲਿਆ ਆਪਣੇ ਮਨ ਦੇ ਵਿੱਚ। ਪਾਤਸ਼ਾਹ ਕਹਿੰਦੇ ਜਦੋਂ ਆਪਾਂ ਸਿਮਰਨ ਕਰਾਂਗੇ, ਜਦੋਂ ਨਾਮ ਦ੍ਰਿੜ ਹੋ ਜੂ ਸਾਡੇ ਅੰਦਰ, ਅਸੀਂ ਦਿਨ ਰਾਤ ਮਾਲਕ ਦੇ ਉਸ ਨਾਮ ਦੇ ਵਿੱਚ ਰੱਤੇ ਜਾਵਾਂਗੇ। ਫਿਰ ਮਹਾਰਾਜ ਕਹਿੰਦੇ ਤੁਸੀਂ ਕੀ ਕਰਨਾ? ਕਹਿੰਦੇ ਪੂਰਾ ਗੁਰੂ ਜਿਹੜਾ ਹੈ ਨਾ, ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਤੇ ਪੂਰਾ ਗੁਰੂ ਕੌਣ ਆ? ਪੂਰਾ ਗੁਰੂ ਸ਼ਬਦ ਗੁਰੂ ਆ। ਉਹ ਵਾਹਿਗੁਰੂ ਸ਼ਬਦ, ਜਿਸ ਨੂੰ ਵਾਹਿਗੁਰੂ ਆਖ ਦਿੱਤਾ, ਉਹ ਸ਼ਬਦ ਅਨਹਦ ਜਿਹੜਾ ਸਾਰੀ ਸ੍ਰਿਸ਼ਟੀ ਵਿੱਚ, ਸਾਰੇ ਬ੍ਰਹਿਮੰਡ ਵਿੱਚ, ਸਾਡੀ ਸਕਾਇਆਂ ਵਿੱਚ ਵੀ ਚੱਲ ਰਿਹਾ, ਜਿਸ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਜਦੋਂ ਸਿੱਧਾਂ ਦੇ ਨਾਲ ਗੋਸ਼ਟ ਹੋਈ, ਯੋਗੀਆਂ ਦੇ ਨਾਲ ਗੋਸ਼ਟ ਹੋਈ, ਉੱਥੇ ਉਹਨਾਂ ਦੱਸਿਆ ਕਿ ਤੁਹਾਡਾ ਗੁਰੂ ਕੌਣ? ਉਹਨਾਂ ਕਿਹਾ ਸ਼ਬਦ ਗੁਰੂ।
ਸੁਰਤ ਧੁਨ ਚੇਲਾ। ਕਹਿੰਦੇ ਉਹ ਸ਼ਬਦ ਗੁਰੂ ਜਿਸ ਨੂੰ ਨਾਮ ਵੀ ਆਖਿਆ ਗਿਆ, ਤੇ ਸਾਡੀ ਸੁਰਤ ਨੇ ਚੇਲਾ ਬਣ ਕੇ ਉਸ ਨਾਮ ਨੂੰ ਅੰਦਰੋਂ, ਉਸ ਸ਼ਬਦ ਨੂੰ ਸੁਣਨਾ। ਮਹਾਰਾਜ ਕਹਿੰਦੇ ਉਹਨੂੰ ਆਰਾਧਨਾ, ਭਾਵ ਕਿ ਆਪਾਂ ਰਸਨਾ ਦੇ ਨਾਲ ਵਾਹਿਗੁਰੂ ਗੁਰਮੰਤਰ ਨੂੰ ਜਪਣਾ ਹੈ। ਤਾਂ ਹੀ ਮਹਾਰਾਜ ਗੁਰਬਾਣੀ ਸਮਝਾਉਂਦੇ, ਕਹਿੰਦੇ ਸਤਿਗੁਰ ਗੁਰਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਜਿਉਂ ਹੀ ਗੁਰਮੁਖ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਫਿਰ ਮਹਾਰਾਜ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਮਨ ਹੈ ਉਹ ਸਹਿਜ ਅਵਸਥਾ ਵਿੱਚ ਆਉਣਾ ਸ਼ੁਰੂ ਹੋ ਜਾਂਦਾ। ਉਸ ਸਹਿਜ ਅਵਸਥਾ ਜਿਸ ਨੂੰ ਇੱਕ ਨੀਂਦ ਵੀ ਆਖ ਦਿੱਤਾ ਜਾਂਦਾ ਹੈ। ਇੱਕ ਨੀਂਦ ਹੈ ਵਿਚਾਰਾਂ ਵਿੱਚ ਸਰੀਰ ਨੂੰ ਛੱਡ ਜਾਣਾ, ਇੱਕ ਹੈ ਜੋ ਉਹ ਨਾਮ ਨੂੰ, ਧਰਮ ਨੂੰ ਦ੍ਰਿੜ ਕਰਦੇ ਕਰਦੇ ਅੰਤਰਗਤ ਹੋ ਜਾਣਾ, ਆਪਣੇ ਆਪ ਸੁਰਤ ਅੰਤਰਗਤ ਚਲੀ ਜਾਂਦੀ ਹੈ। ਫਿਰ ਜਿਹੜੇ ਗੁਰਮੁਖ ਅਭਿਆਸ ਕਰਦੇ, ਪ੍ਰੈਕਟੀਕਲ ਕਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਜਦੋਂ ਅਭਿਆਸ ਕਰਦੇ ਹਾਂ ਹੌਲੀ ਹੌਲੀ ਸੁਰਤ ਅੰਦਰ ਜਾਂਦੀ ਹੈ। ਫਿਰ ਜੋ ਸਾਡਾ ਇਹ ਮੁੱਖ ਹੈ, ਮੁੱਖ ਦੇ ਵਿੱਚ ਮਿਠਾਸ ਸ਼ੁਰੂ ਹੋ ਜਾਂਦੀ ਆ। ਅੰਦਰੋਂ ਮੁੱਖ ਜਿਹੜਾ ਹੈ ਮਿੱਠਾ ਰਹਿਣਾ ਸ਼ੁਰੂ ਹੋ ਜਾਂਦਾ ਹੈ। ਹੁਣ ਉਹ ਮਿਠਾਸ ਅੰਦਰ ਹੀ ਆ, ਜਿਹਨੂੰ ਸਤਿਗੁਰ ਕਹਿੰਦੇ ਉਹ ਅੰਮ੍ਰਿਤ ਹੁੰਦਾ ਆ। ਜਿਵੇਂ ਅੰਮ੍ਰਿਤ ਬਾਹਰੋਂ ਗੁਰਮੁਖ ਛਕਦੇ ਨੇ, ਇਸੇ ਤਰ੍ਹਾਂ ਦੀ ਸੇਮ ਮਿਠਾਸ ਅੰਦਰੋਂ ਆਪ ਪ੍ਰਗਟ ਹੁੰਦੀ ਆ, ਕਿਉਂਕਿ ਅੰਦਰ ਖੂਹ ਆ ਉਸ ਅੰਮ੍ਰਿਤ ਦਾ, ਜਿਹਨੂੰ ਸਤਿਗੁਰੂ ਗੁਰਬਾਣੀ ਸਮਝਾ ਰਹੇ, ਅੰਤਰ ਖੁੰਟਾ ਅੰਮ੍ਰਿਤ ਭਰਿਆ। ਹੁਣ ਉਹ ਅੰਮ੍ਰਿਤ ਦਾ ਖੂਹ ਤੇ ਭਰਿਆ, ਉਹਨੂੰ ਪੀ ਕੇ ਵੀ ਸਕਦੇ ਹਾਂ। ਮਹਾਰਾਜ ਕਹਿੰਦੇ ਜਦੋਂ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੋਗੇ, ਸ਼ਬਦ ਦਾ, ਵਾਹਿਗੁਰੂ ਵਾਹਿਗੁਰੂ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਮਾਤਾ, ਆਪਣੀਆਂ ਜਿਹੜੀਆਂ ਮਾਤਾਵਾਂ ਹੁੰਦੀਆਂ ਸੀ, ਉਹ ਖੂਹੀ ਦੇ ਵਿੱਚ ਬਾਲਟੀ ਤੇ ਰੱਸਾ ਲਮਕਾ ਕੇ ਪਾਣੀ ਕੱਢਦੀਆਂ ਸੀ। ਇੱਥੇ ਮਹਾਰਾਜ ਗੁਰਬਾਣੀ ਸਮਝਾ ਰਹੇ ਆ ਕਿ ਅੰਤਰ ਖੁੰਟਾ ਅੰਮ੍ਰਿਤ ਭਰਿਆ। ਉਹਨੂੰ ਪਨਿਹਾਰੀ ਕਹਿ ਦਿੱਤਾ ਜਾਂਦਾ ਸੀ, ਜਿਹਨੂੰ ਖਿੱਚਿਆ ਜਾਂਦਾ ਸੀ ਉਹਨੂੰ ਪਨਿਹਾਰੀ ਕਹਿੰਦੇ ਸੀ। ਕਹਿੰਦੇ ਸ਼ਬਦੇ ਕਾਢ ਪੀਏ ਪਨਹਾਰੀ। ਕਹਿੰਦੇ ਸ਼ਬਦ ਨੂੰ ਪਨਿਹਾਰੀ ਬਣਾਉਣਾ, ਨੇਤਰ ਬੰਦ ਕਰਕੇ ਆਪਣੀ ਆਵਾਜ਼, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਕਥ ਕਹਾਣੀ। ਸ਼ਬਦ ਨੂੰ ਦ੍ਰਿੜ ਕਰਨਾ ਇਸ ਪਾਉਣ ਦੇ ਨਾਲ, ਪਾਉਣ ਦੇ ਮਿਲ ਕੇ, ਫਿਰ ਅੰਦਰੋਂ ਉਹ ਮੁੱਖ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ, ਮਿਠਾਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮਨ ਸਹਿਜ 'ਚ ਜਾਂਦਾ। ਕਿਉਂਕਿ ਉਹ ਹਰੀ ਫਿਰ ਜਿਹੜਾ ਪਰਮਾਤਮਾ ਦੇਖਦਾ ਕਿ ਮਨ ਬੱਚਾ ਹੌਲੀ ਹੌਲੀ ਇਹ ਆਪਣੇ ਘਰ ਦੇ ਵੱਲ ਆ ਰਿਹਾ, ਤੇ ਉਸ ਨੂੰ, ਉਹ ਮੁੱਖ ਨੂੰ ਜਿਹੜਾ ਮਿੱਠਾ ਲਾਇਆ ਜਾਂਦਾ। ਤਾਂ ਹੀ ਮਹਾਰਾਜ ਗੁਰਬਾਣੀ ਸਮਝਾ ਰਹੇ, ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਪਾਤਸ਼ਾਹ ਕਹਿੰਦੇ ਇੱਥੋਂ ਸਾਡਾ ਕਾਰਜ ਸ਼ੁਰੂ ਹੋ ਗਿਆ, ਪਹਿਲੀ ਲਾਮ ਸ਼ੁਰੂ ਹੋ ਗਈ ਕਿ ਸਾਡਾ ਮਾਲਕ ਦਾ ਮਿਲਾਪ ਜਿਹੜਾ ਹੌਲੀ ਹੌਲੀ ਆਪਾਂ ਉਧਰ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ, ਸਾਡੀ ਸੁਰਤ ਉਧਰ ਜਾਣੀ ਸ਼ੁਰੂ ਹੋ ਗਈ। ਤਾਂ ਹੀ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ। ਕਹਿੰਦੇ ਜਨ ਕਹਿ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ। ਕਿ ਜਿਸ ਕਾਰਜ ਵਾਸਤੇ ਸਾਨੂੰ ਮਾਨਸ ਜਾਮਾ ਮਿਲਿਆ ਸੀ, ਜਿਸ ਕੰਮ ਵਾਸਤੇ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ ਸੀ, ਉਹ ਕਾਰਜ ਜਿਹੜਾ ਵਾ ਅੱਜ ਹੋਣਾ ਸ਼ੁਰੂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।